ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਾਂ ਉਹਨਾਂ ਖਬਰਾਂ ਤੇ ਚਰਚਾ ਕਰਾਂਗੇ ਜੋ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਰਖੀਆਂ ਵੀ ਬਣ ਸਕਦੀਆਂ। ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਆਪਣੇ ਹਿਸਾਬ ਨਾਲ ਖਬਰਾਂ ਤੇ ਚਰਚਾ ਕਰਦੇ ਆ, ਵਿਸ਼ਲੇਸ਼ਣ ਕਰਦੇ ਆ। ਅੱਜ ਅੰਤਰਰਾਸ਼ਟਰੀ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਨਰਸਿੰਗ ਡੇ, ਉਹਦੇ ਬਾਰੇ ਵੀ ਚਰਚਾ ਕਰਾਂਗੇ। ਉਸ ਤੋਂ ਬਾਅਦ ਬੰਗਾਲ ਵਿੱਚ ਭਾਜਪਾ ਦੀ ਹਾਰ ਕਿਉਂ ਹੋਈ ਹੈ, ਇਸ ਮਾਮਲੇ ਦੇ ਉੱਪਰ ਹੁਣ ਆਰਐਸ ਵਾਲੇ ਵੀ ਸਰਗਰਮ ਹੋ ਗਏ ਆ। ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਸਵਾਗਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ। ਪੰਨੂ ਸਾਹਿਬ, ਅੱਜ ਨਰਸਿੰਗ ਡੇ ਹੈ, ਇੰਟਰਨੈਸ਼ਨਲ ਨਰਸਿੰਗ ਡੇ। ਦੇਸ਼ ਦੀਆਂ ਸੇਵਾ ਵਿੱਚ ਨਰਸਾਂ ਦਿਨ ਰਾਤ ਲੱਗੀਆਂ ਹੋਈਆਂ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਨਵਜੀਤ ਜੀ, ਸੇਵਾ ਦੀ ਦੇਵੀ ਕਹਿੰਦੇ ਸੀ ਫਲੋਰੈਂਸ ਨਾਈਟਿੰਗੇਲ ਨੂੰ ਜੀ। ਰਾਤ ਦਿਨ ਤੁਰੀ ਫਿਰਦੀ ਰਹਿੰਦੀ ਸੀ, ਸੇਵਾ ਕਰਦੀ ਸੀ, ਬਹੁਤ ਉਹਨੇ ਲੋਕਾਂ ਦੀ ਸੇਵਾ ਕੀਤੀ। ਉਹਦੀ ਯਾਦ ਦੇ ਵਿੱਚ ਦੁਨੀਆ ਭਰ ਦੀਆਂ ਨਰਸਾਂ ਨੇ ਇੰਟਰਨੈਸ਼ਨਲ ਨਰਸਿੰਗ ਡੇ ਦੀ ਮੰਗ ਕੀਤੀ ਸੀ। ਹੌਲੀ ਹੌਲੀ ਮੰਨਿਆ ਗਿਆ ਜੀ, ਅਤੇ ਪਿਛਲੇ ਕੁਝ ਦਹਾਕਿਆਂ ਤੋਂ ਇਹ ਮਨਾਉਣਾ ਸ਼ੁਰੂ ਹੋਇਆ। ਬਹੁਤ ਜ਼ਿਆਦਾ ਪੁਰਾਣਾ ਨਹੀਂ ਗਾ। ਚੰਗੀ ਗੱਲ ਹੈ ਕਿ ਇਸ ਬਹਾਨੇ ਜਿਹੜੀਆਂ ਨਰਸਿਸ ਨੇ ਲੋਕਾਂ ਦੀ ਸੇਵਾ ਕਰਦੀਆਂ ਨੇ, ਉਹਨਾਂ ਨੂੰ ਇੱਕ ਦਿਨ ਉਹਨਾਂ ਦੀ ਸੇਵਾ ਦਾ ਸਤਿਕਾਰ ਕਰਦਿਆਂ ਥੋੜ੍ਹਾ ਮਾਣ ਦਿੱਤਾ ਜਾਂਦਾ ਜੀ। ਉੱਦਾਂ ਇਹ ਰਾਤ ਦਿਨ ਸੇਵਾ ਕਰੀ ਜਾਂਦੀਆਂ। ਇਹਨਾਂ ਦੀ ਸੇਵਾ ਦੀ ਪੁੱਛ ਘੱਟ ਆ। ਇਹਨਾਂ ਬਾਰੇ ਟੋਟਕੇ ਜ਼ਿਆਦਾ ਸੁਣਾਏ ਜਾਂਦੇ ਆ। ਇੱਦਾਂ ਸਮਝਾਉਂਦਾ ਵੀ ਜਿਵੇਂ ਇਹ ਕੁਛ ਨਹੀਂ, ਡਾਕਟਰਾਂ ਦੇ ਪਿਛਲਾਗੀਆਂ ਬਹੁਤ ਹੌਲਾ ਇਹਨਾਂ ਦਾ ਕੰਮ ਸਮਝਾਉਂਦਾ ਜੀ। ਸੱਚੀ ਗੱਲ ਇਹ ਆ ਕਿ ਰਾਤ ਦਿਨ ਇਹ ਸੇਵਾ ਕਰਦੀਆਂ ਨੇ। ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ। ਇਹਦੇ ਦੌਰਾਨ ਮੈਂ ਇਹ ਗੱਲ ਦੱਸਾਂ ਕਿ ਕੁਝ ਥਾਵਾਂ 'ਤੇ ਨਰਸਾਂ ਨੇ ਇੰਨਾ ਵਧੀਆ ਕੰਮ ਕੀਤਾ, ਖਾਸ ਕਰਕੇ ਕਰੋਨਾ ਵਾਇਰਸ ਦੇ ਦੌਰ ਵਿੱਚ ਜੀ, ਜਿਹਦੀ ਵੱਖ-ਵੱਖ ਥਾਵਾਂ 'ਤੇ ਰਿਪੋਰਟ ਆਉਂਦੀ ਰਹੀ ਹੈ ਅਤੇ ਲੁਕ ਜਾਂਦੀ ਰਹੀ ਹੈ। ਉਹ ਚਰਚਾ 'ਚ ਆਉਣੀ ਚਾਹੀਦੀ ਹੈ। ਸਾਡੇ ਭਾਰਤ ਦੀ ਇੱਕ ਮਿਸਾਲ ਸੀ। ਹੁਣ ਤਾਂ ਭਾਰਤ ਸਰਕਾਰ ਨੇ ਕੇਂਦਰ 'ਚੋਂ ਕਹਿ ਦਿੱਤਾ ਕਿ ਜੇ ਦੋਵੇਂ ਮੀਆਂ ਬੀਵੀ ਕਰੋਨਾ ਵਾਇਰਸ ਤੋਂ ਪੋਜ਼ੀਟਿਵ ਹੋਣ, ਜੀ, ਪਹਿਲਾਂ ਤਾਂ ਜਦੋਂ ਇੱਕ ਆਉਂਦਾ ਤਾਂ ਉਹਨੂੰ ਇਹ ਪੁੱਛਣਾ ਜ਼ਰੂਰੀ ਹੈ ਕਿ ਤੇਰਾ ਪਤੀ ਜਾਂ ਪਤਨੀ ਠੀਕ ਠਾਕ ਹੈ, ਅਤੇ ਜੇ ਆਖੇ ਉਹ ਵੀ ਬਿਮਾਰ ਹੈ, ਦੋਵੇਂ ਵੱਖ-ਵੱਖ ਥਾਂ ਦਾਖਲ ਨੇ, ਕਰੋਨਾ ਵਾਇਰਸ ਦੇ ਮਰੀਜ਼ ਨੇ, ਅਤੇ ਫਿਰ ਨਾਲ ਹੀ ਇਹ ਪੁੱਛ ਲਓ ਕਿ ਤੁਹਾਡੇ ਹਸਪਤਾਲ ਦਾਖਲ ਰਹਿਣ ਦੌਰਾਨ ਜਾਂ ਜੇ ਕੋਈ ਮੰਦੀ ਚੰਗੀ ਘਟਨਾ ਹੋਵੇ ਜੀ, ਅਤੇ ਤੁਹਾਡੇ ਬੱਚੇ ਫਿਰ ਕਿਹੜੇ ਰਿਸ਼ਤੇਦਾਰ ਨੂੰ ਸੌਂਪੇ ਜਾਣ। ਇਹ ਗੱਲ ਪਹਿਲਾਂ ਲੈ ਲਓ, ਕਿਉਂਕਿ ਕਈਆਂ ਮਾਮਲਿਆਂ 'ਚ ਝਗੜੇ ਵੀ ਪੈ ਚੁੱਕੇ। ਇਹ ਗੱਲ ਹੁਣ ਪੁੱਛੀ ਜਾਣੀ ਸ਼ੁਰੂ ਹੋਈ ਹੈ। ਜੀ, ਅਜੇ ਵੀ ਸਾਰਿਆਂ ਥਾਵਾਂ 'ਤੇ ਲਾਗੂ ਨਹੀਂ, ਕਈਆਂ ਥਾਵਾਂ 'ਤੇ ਅਜੇ ਪਤਾ ਹੀ ਨਹੀਂ ਕਿ ਸਰਕਾਰ ਨੇ ਫੈਸਲਾ ਕੀਤਾ। ਜਦੋਂ ਇਹ ਫੈਸਲਾ ਨਹੀਂ ਸੀ ਕੀਤਾ, ਉਦੋਂ ਸਾਡੇ ਭਾਰਤ ਦੇ ਇੱਕ ਦੱਖਣੀ ਸੂਬੇ ਤੋਂ ਇਹ ਖਬਰ ਆਈ ਸੀ ਕਿ ਇੱਕ ਕੇਸ ਦੇ ਵਿੱਚ ਮੀਆਂ ਬੀਵੀ ਦੋਵੇਂ ਹਸਪਤਾਲ 'ਚ ਦਾਖਲ, ਦੋਵੇਂ ਅਜੇ ਜਵਾਨ ਉਮਰ ਸਨ। ਜੀ, ਉਹਨਾਂ ਦੇ ਹੋਰ ਬੱਚਿਆਂ ਦਾ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ, ਪਰ ਇੱਕ ਬੱਚਾ ਉਹਨਾਂ ਕੋਲ ਛੋਟੀ ਜਿਹੀ ਬੱਚੀ ਸੀ, ਉਹ ਅਜੇ ਬੋਲਣਾ ਸਿੱਖਦੀ ਪਈ ਸੀ, 1.5-2 ਸਾਲ ਦੇ ਨੇੜੇ ਹੋਈ। ਕੋਈ ਰਿਸ਼ਤੇਦਾਰ ਸੰਭਾਲਣ ਵਾਲਾ ਨਹੀਂ ਸੀ। ਉਹ ਨਰਸ ਉਸ ਬੱਚੀ ਨੂੰ ਘਰ ਲੈ ਗਈ ਅਤੇ ਫਿਰ ਉਹਦੇ ਰਿਸ਼ਤੇਦਾਰਾਂ ਨਾਲ ਜਿਹੜੇ ਸਨ ਲਿਖਾਏ ਜਾਂ ਜਿਹੜੇ ਮਗਰ ਆਏ ਪਤਾ ਲੈਣ, ਹੌਲੀ ਹੌਲੀ ਪਤਾ ਕੀਤਾ ਅਤੇ ਉਹਨਾਂ ਤੋਂ ਪੁੱਛ ਕੇ ਅਤੇ ਉਸ ਬੱਚੀ ਦੇ ਨਾਨਾ ਨਾਨੀ ਜਿਹੜੇ ਆ ਉਹਨਾਂ ਨੂੰ ਸੱਦ ਕੇ ਅਤੇ ਸੌਂਪਿਆ। ਜੀ, ਅਤੇ 2-3 ਦਿਨ ਉਸ ਨਰਸ ਨੇ ਉਸ ਬੱਚੀ ਨੂੰ ਆਪਣੇ ਪਰਿਵਾਰ ਵਿੱਚ ਰੱਖ ਕੇ ਇਹ ਵੀ ਖਤਰਾ ਮੁੱਲ ਲਿਆ ਕਿ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਾਂ ਦੀ ਬੱਚੀ ਹੈ ਅਤੇ ਮੇਰੇ ਪਰਿਵਾਰ ਤੱਕ ਵੀ ਕਰੋਨਾ ਵਾਇਰਸ ਆ ਸਕਦਾ। ਇਹਦੇ ਬਾਵਜੂਦ ਆਪਣੇ ਘਰ ਰੱਖ ਕੇ ਉਹਨੂੰ ਸੰਭਾਲਿਆ, ਪਾਲਿਆ ਅਤੇ ਫਿਰ ਉਹਨਾਂ ਨੂੰ ਸੌਂਪਿਆ। ਇਹ ਛੋਟੀ ਜਿਹੀ ਗੱਲ ਨਹੀਂ, ਇਹ ਬਹੁਤ ਵੱਡੀ ਸੀ। ਕਈ ਹੋਰ ਮਿਸਾਲਾਂ ਆਈਆਂ ਨੇ। ਅੱਜ ਇੱਕ ਮਿਸਾਲ ਹੋਰ ਸਾਹਮਣੇ ਆਈ ਹੈ। ਉਹ ਛੱਤੀਸਗੜ੍ਹ ਤੋਂ, ਉੱਥੇ ਸਵਾਤੀ ਨਾਂ ਦੀ ਨਰਸ ਹੈ ਜੀ। ਉਹਨੂੰ ਕੁਝ ਇਹੋ ਜਿਹੇ ਕੇਸਾਂ ਨਾਲ ਵਾਹ ਪਿਆ ਜਿਹੜੇ ਮਰੀਜ਼ ਨਾ ਬੋਲ ਸਕਦੇ ਸਨ, ਨਾ ਸੁਣ ਸਕਦੇ ਸਨ। ਜਮਾਂਦਰੂ ਇਹ ਦੋਵੇਂ ਨੁਕਸ ਸੀਗੇ, ਨਾ ਬੋਲ ਸਕਦੇ ਸੀ, ਨਾ ਸੁਣ ਸਕਦੇ ਸੀ। ਸਾਨੂੰ ਪਤਾ ਦੁਪਹਿਰੇ TV 'ਤੇ ਇੱਕ ਬੁਲੇਟਿਨ ਆਉਂਦਾ ਹੁੰਦਾ ਜਿਹੜਾ ਉਹਨਾਂ ਲੋਕਾਂ ਲਈ ਹੁੰਦਾ ਜਿਹੜੇ ਨਾ ਬੋਲ ਸਕਦੇ, ਨਾ ਸੁਣ ਸਕਦੇ। ਉੱਥੇ ਬੀਬੀ ਇਸ ਤਰ੍ਹਾਂ ਉਂਗਲਾਂ ਨਾਲ ਇਸ਼ਾਰੇ ਕਰਕੇ ਕਰਕੇ ਗੱਲਾਂ ਕਰਦੀ ਹੁੰਦੀ ਜੀ। ਇੱਕ ਬੀਬੀ ਖਬਰਾਂ ਪੜ੍ਹਦੀ ਹੁੰਦੀ ਹੈ, ਇੱਕ ਨਾਲ ਇਸ ਤਰ੍ਹਾਂ ਇਸ਼ਾਰਿਆਂ ਨਾਲ ਗੱਲਾਂ ਕਰਦੀ ਹੁੰਦੀ। ਸਵਾਤੀ ਨੇ ਇਹ ਸੋਚ ਕੇ ਕਿ ਜਿਹੜੇ ਇਸ ਤਰ੍ਹਾਂ ਦੇ ਕੇਸ ਹੈ ਅੱਖੋਂ ਪਰੋਖੇ ਨਾ ਹੋ ਜਾਣ, ਉਹਨਾਂ ਦੀ ਖਾਤਰ ਐਸ 1 ਸਾਲ ਦੇ ਅੰਦਰ ਅੰਦਰ ਕਰੋਨਾ ਦੇ ਦੌਰ 'ਚ ਉਹਨਾਂ ਵਾਸਤੇ ਸਾਈਨ ਲੈਂਗੁਏਜ ਸਿੱਖੀ।
ਸਾਈਨ ਲੈਂਗੁਏਜ ਹੁੰਦੀ ਹੈ ਇਸ਼ਾਰਿਆਂ ਦੀ, ਜਿੱਥੇ ਲੋਕੀ ਆਪੋ 'ਚ ਇਸ਼ਾਰਿਆਂ ਨਾਲ ਗੱਲਾਂ ਕਰਦੇ। ਜੀ ਇਹ ਬਹੁਤ ਵੱਡੀ ਗੱਲ ਹੈ ਕਿ ਉਹਨੇ ਆਪ ਉਹ ਬਿਲਕੁਲ ਠੀਕ ਠਾਕ ਹੈ, ਪਰਿਵਾਰ ਉਹਦਾ ਬਿਲਕੁਲ ਠੀਕ ਠਾਕ ਹੈ, ਪਰ ਉਹਨੇ ਮਰੀਜ਼ਾਂ ਦੀ ਖਾਤਰ ਇਹ ਵੀ ਸਿੱਖੀ। ਜੀ ਬਹੁਤ ਵੱਡਾ ਕੰਮ ਉਹਨੇ ਕੀਤਾ। ਮੈਂ ਸਮਝਦਾ ਕਿ ਉਹਦਾ ਇਸ ਗੱਲ ਦੇ ਵਾਸਤੇ ਸਨਮਾਨ ਹੋਣਾ ਚਾਹੀਦਾ। ਉੱਦਾਂ ਹੁਣ ਚੱਲਦੀ ਗੱਲ ਹੈ, ਅਤੇ ਮੈਂ ਤੁਹਾਨੂੰ ਇਹਦੇ ਨਾਲ ਸੰਬੰਧਿਤ ਨਹੀਂ, ਪਰ ਇੱਕ ਹੋਰ ਗੱਲ ਦੱਸਦੇ ਹਾਂ ਕਿ ਇਸ ਤਰ੍ਹਾਂ ਦੀ ਸਾਈਨ ਲੈਂਗੁਏਜ, ਭਾਵੇਂ ਸਾਈਨ ਲੈਂਗੁਏਜ ਜਾਂ ਬਾਕਾਇਦਾ ਜੀ ਉਹਨਾਂ ਲੋਕਾਂ ਲਈ ਜਿਹੜੇ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਉੱਦਾਂ ਵੱਖ-ਵੱਖ ਥਾਵਾਂ 'ਤੇ ਸਮਾਜ ਵਿੱਚ ਵੀ ਇਸ਼ਾਰਿਆਂ ਦੀ ਬੋਲੀ ਹੈ। ਆਪਾਂ ਜਦੋਂ ਗੱਲ ਕਰਦੇ ਅਤੇ ਨਾਲ ਭਰਵੱਟੇ ਇਸ ਤਰ੍ਹਾਂ ਬੋਲਦੇ ਹਨ। ਜੀ ਬਿਲਕੁਲ। ਇੱਕ ਹੁੰਦਾ ਆ ਗਿਆ, ਇਹ ਸਧਾਰਨ ਗੱਲ ਹੈ ਵੀ ਤੂੰ ਆ ਗਿਆ। ਇੱਕ ਹੁੰਦਾ ਆ ਗਿਆ, ਇੱਕ ਹੁੰਦਾ ਆ ਗਿਆ ਵੀ ਤੈਨੂੰ ਤੇ ਆਉਣਾ ਨਹੀਂ ਚਾਹੀਦਾ, ਵੀ ਮੁੜ ਕਿਉਂ ਆਇਆ। ਭਾਵ ਵੱਖ-ਵੱਖ ਹੋ ਜਾਂਦੇ ਆ। ਵੱਖ-ਵੱਖ ਭਾਵ ਹੋ ਜਾਂਦੇ। ਇਹਦੇ 'ਚ ਜਿਹੜਾ ਸਵਾਲੀਆ ਨਿਸ਼ਾਨ ਲਾਉਣਾ, ਕਿ ਡੰਡੀ ਲਾਉਣਾ, ਕਿ ਕੌਮਾ ਲਾਉਣਾ, ਅਸੀਂ ਮੂੰਹ 'ਚੋਂ ਬੋਲਦੇ ਨਹੀਂ, ਸਾਡੇ ਬੋਲਣ ਦੇ ਢੰਗ ਤੋਂ ਲੱਭਦਾ। ਯਾਨੀ ਸਾਡੀ ਬੋਲੀ ਵੀ ਅੱਧੀ ਸਾਈਨ ਲੈਂਗੁਏਜ ਦਾ ਨਾਲ ਨਾਲ ਕੰਮ ਕਰਦੀ ਹੈ, ਸਾਡੇ ਬੋਲਾਂ ਦਾ ਸਟਾਈਲ ਵੀ ਦੱਸਦਾ। ਇੱਕ ਲਾਹੌਰੀਆਂ ਦੇ ਵਿੱਚ ਆਮ ਚਰਚਾ ਗੱਲ ਹੈ ਕਿ ਉਹਨਾਂ 'ਚ ਇਸ਼ਾਰਿਆਂ ਨਾਲ ਬੜੀਆਂ ਗੱਲਾਂ ਕਰ ਜਾਂਦੇ ਆ। ਇੱਕ ਲਾਹੌਰੀਏ ਜੱਟ ਨੂੰ ਪੁਲਿਸ ਵਾਲੇ ਫੜ ਕੇ ਲਈ ਜਾਂਦੇ ਸੀ। ਜੀ ਅੱਗੋਂ ਇੱਕ ਜੱਟ ਸਾਹਮਣੇ ਮਿਲ ਪਿਆ, ਉਹਨੇ ਪੁੱਛਿਆ, ਉਹ ਦੂਜਾ ਕਿ ਇਸ ਤਰ੍ਹਾਂ, ਉਹਨੇ ਫਿਰ ਫਿਰ ਦੋਹਰੀ ਆਖਿਆ, ਉਹ ਠੰਡ ਕਹਿੰਦਾ ਇਹ ਕਰਦੇ, ਕਹਿੰਦਾ ਗੱਲ ਕੀਤੀ ਹੈ ਇਹ ਕਿਹੜੀ ਭਾਸ਼ਾ 'ਚ, ਕਹਿੰਦਾ ਜਿੱਦਾਂ ਤੁਹਾਡੇ ਪੜ੍ਹੇ ਲਿਖਿਆਂ ਦੀ ਫਾਰਸੀ ਹੁੰਦੀ ਹੈ, ਸਾਡਾ ਲਾਹੌਰੀਆਂ ਦਾ ਫਾਰਸਾ। ਉਹ ਕਹਿੰਦਾ ਫਾਰਸਾ ਹੀ ਸਹੀ, ਪਰ ਗੱਲ ਕੀ ਕੀਤੀ ਹੈ। ਅਤੇ ਜਿਹੜਾ ਬੰਦਾ ਉਹਨਾਂ ਫੜਿਆ ਸੀ, ਉਹ ਕਹਿੰਦਾ ਉਹਨੇ ਮੈਨੂੰ ਪੁੱਛਿਆ ਸੀ ਕੀ ਗੱਲ ਹੋਈ ਹੈ, ਅਤੇ ਮੈਂ ਆਖਿਆ ਵੀ ਮੈਨੂੰ ਤਾਂ ਆਪ ਨਹੀਂ ਪਤਾ, ਇਹਨਾਂ ਨੂੰ ਪਤਾ ਹੋਊਗਾ। ਅਤੇ ਉਹਨੇ ਐਂ ਕੀਤਾ, ਤਾਂ ਮਤਲਬ ਆਈਏ ਮਗਰ, ਮੈਂ ਆਖਿਆ ਨਹੀਂ ਅਜੇ ਰਹਿਣ ਦਿਓ। ਅਤੇ ਉਹਨੇ ਜਦੋਂ 2 ਵਾਰੀ ਐਂ ਕੀਤਾ ਨਾ, ਇਹਦਾ ਮਤਲਬ ਜੇ ਲੋੜ ਪਈ ਤਾਂ ਦੱਸੀ। ਅਤੇ ਮੈਂ ਆਖਿਆ ਠੀਕ ਆ, ਇੰਨੀ ਗੱਲ। ਹੁਣ ਦੋਵਾਂ 'ਚੋਂ ਨਾ ਉਹ ਇੱਕ ਅੱਖਰ ਬੋਲਿਆ, ਨਾ ਉਹ ਇੱਕ ਅੱਖਰ ਬੋਲਿਆ, ਪਰ ਇਸ਼ਾਰਿਆਂ ਨਾਲ ਗੱਲ ਸਾਰੀ ਹੋ ਗਈ। ਹੁਣ ਉਹ ਉਹਨਾਂ ਦੀ ਭਾਸ਼ਾ, ਸਧਾਰਨ ਗੱਲ, ਆਮ ਪਿੰਡਾਂ 'ਚ ਲੋਕ ਲੋੜ ਵਾਸਤੇ ਇੱਦਾਂ ਦੇ ਇਸ਼ਾਰੇ ਬਹੁਤ ਕਰ ਜਾਂਦੇ ਆ। ਪਰ ਇੱਥੇ ਇਸ ਨਰਸ ਨੇ ਸਿਰਫ ਉਹਨਾਂ ਲੋਕਾਂ ਵਾਸਤੇ ਜਿਹੜੇ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, 1 ਸਾਲ ਦੇ ਅੰਦਰ ਅੰਦਰ ਸਾਈਨ ਲੈਂਗੁਏਜ ਸਿੱਖੀ, ਸਿਰਫ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਅਤੇ ਦੂਸਰੇ ਮਰੀਜ਼ਾਂ ਦੀ ਮਦਦ ਕਰਨ ਵਾਸਤੇ। ਮੈਂ ਸਮਝਦਾ ਉਹਦਾ ਵੀ ਸਨਮਾਨ ਹੋਣਾ ਚਾਹੀਦਾ। ਔਰ ਅੱਜ ਦੇ ਇਸ ਦਿਨ ਦੇ ਉੱਤੇ ਦੁਨੀਆ ਭਰ 'ਚ ਬੜੀਆਂ ਨਰਸਾਂ ਨੇ ਜਿਹੜੀਆਂ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦੀਆਂ ਆਪ ਪੋਜ਼ੀਟਿਵ ਹੋਈਆਂ। ਕੁਝ ਨੇ ਕਸ਼ਟ ਕੱਟਿਆ, ਕੁਝ ਇਹੋ ਜਿਹੀਆਂ ਜਿਨ੍ਹਾਂ ਨੂੰ ਆਂਢ ਗੁਆਂਢ ਦੇ ਲੋਕਾਂ ਨੇ ਘਰ ਵੜਨੋਂ ਹਟਾ ਦਿੱਤਾ ਸੀ। ਪਰਿਵਾਰ ਦੇ ਜੀਅ ਵੀ ਕਹਿੰਦੇ ਸੀ ਬਾਹਰ ਕਿਤੇ ਰਹਿ, ਘਰ ਦੇ ਜੀਆਂ ਨੂੰ ਮਰਵਾ ਦੇਂਗੀ। ਕੁਝ ਨਰਸਾਂ ਦੀ ਮੌਤ ਵੀ ਹੋ ਚੁੱਕੀ ਹੈ। ਉਹਨਾਂ ਸਾਰੀਆਂ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ। ਮੈਂ ਇਸ ਮੌਕੇ 'ਤੇ ਉਹਨਾਂ ਨੂੰ ਪ੍ਰਣਾਮ ਕਰੂੰਗਾ। ਇਹ ਮਿਸਾਲ ਹੈ ਆਪਣੇ ਆਪ ਦੇ ਵਿੱਚ ਜਿਹੜੀ ਤੁਸੀਂ ਗੱਲ ਦੱਸੀ ਹੈ। ਪਰ ਸਾਹਿਬ, ਕਰੋਨਾ ਵਾਇਰਸ ਪਿੰਡਾਂ ਵਿੱਚ ਵੀ ਹੁਣ ਰਫ਼ਤਾਰ ਤੇਜ਼ ਕਰਨ ਲੱਗ ਪਿਆ ਆਪਣੀ। ਉਸ ਤੋਂ ਬਾਅਦ ਕਈ ਸੂਬਿਆਂ ਵਿੱਚ ਆਪਾਂ ਗੱਲ ਕਰੀਏ ਤਾਂ ਆਕਸੀਜਨ ਦੀ ਕਮੀ ਹੈ। ਕਿਤੇ 45 ਮੌਤਾਂ ਹੋਈਆਂ, ਕਿਤੇ 20 ਹੋਈਆਂ, ਕਿਤੇ 30 ਹੋ ਗਈਆਂ। ਹੁਣ ਫਿਰ ਆਂਧਰਾ ਪ੍ਰਦੇਸ਼ ਤੇ ਗੋਆ ਤੋਂ ਖਬਰਾਂ ਆ ਰਹੀਆਂ ਮੌਤਾਂ ਹੋਣ ਦੀਆਂ। ਦੇਖੋ, ਇਹਦੇ 'ਚ ਸਿਰਫ ਇਹ ਨਹੀਂ ਕਿ ਆਕਸੀਜਨ ਦੀ ਕਮੀ ਆ, ਪ੍ਰਬੰਧਾਂ ਦੀਆਂ ਘਾਟਾਂ ਨੇ ਕੰਮਾਂ ਪਾਣਾ। ਗੋਆ ਦੇ ਵਿੱਚ ਆਕਸੀਜਨ ਦੀ ਘਾਟ ਨਹੀਂ ਸੀ। ਆਕਸੀਜਨ ਦੀ ਸਪਲਾਈ ਲਾਈਨ ਟੁੱਟ ਗਈ, 4 ਘੰਟੇ ਠੀਕ ਨਹੀਂ ਕਰ ਸਕੇ। ਜਿਹੜੇ ਮਰੀਜ਼ ਆਕਸੀਜਨ 'ਤੇ ਸੀ, ਉਹ 4 ਘੰਟੇ ਇਹਨਾਂ ਦੀ ਸਪਲਾਈ ਲਾਈਨ 'ਤੇ ਇਹਨਾਂ ਦੇ ਜਿਹੜੇ ਮਕੈਨਿਕ ਉਹਨਾਂ ਨੂੰ ਠੀਕ ਕਰਦੇ ਨੂੰ ਉਡੀਕ ਥੋੜ੍ਹਾ ਸਕਦੇ ਸੀ। 26 ਮੌਤਾਂ ਹੋ ਗਈਆਂ। ਤੜਕੇ 2 ਵਜੇ ਤੋਂ ਲੈ ਕੇ 6 ਵਜੇ ਦੇ ਦਰਮਿਆਨ ਆਕਸੀਜਨ ਸਪਲਾਈ ਕੱਟੀ ਰਹੀ। ਅਤੇ ਗੋਆ ਦੀ ਭਾਜਪਾ ਸਰਕਾਰ ਕਰਦੀ ਕੀ ਸੀ। ਆਂਧਰਾ ਪ੍ਰਦੇਸ਼ ਦੇ ਵਿੱਚ ਜਗਨ ਮੋਹਨ ਰੈਡੀ ਦੀ YSR ਕਾਂਗਰਸ ਦੀ ਸਰਕਾਰ ਹੈ। ਉੱਥੇ ਆਕਸੀਜਨ ਨਹੀਂ ਮਿਲੀ, 11 ਮੌਤਾਂ ਹੋ ਗਈਆਂ। ਉਹਨੂੰ ਪੁੱਛਿਆ ਗਿਆ ਜੀ ਬਹੁਤ ਵੱਡਾ ਦਿਖਾਂਤ ਹੋ ਗਿਆ, ਸਰਕਾਰ ਕੀ ਕਰੇਗੀ। ਉਹਨੇ ਇਹ ਨਹੀਂ ਆਖਿਆ ਦੀ ਪੜਤਾਲ ਕਰਾਵਾਂਗੇ, ਇਹ ਨਹੀਂ ਆਖਿਆ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਇਹ ਨਹੀਂ ਆਖਿਆ ਪ੍ਰਬੰਧ ਠੀਕ ਕਰਾਂਗੇ। ਕਹਿੰਦਾ ਜਿਨ੍ਹਾਂ ਦੀ ਇਸ ਕਰਕੇ ਆਕਸੀਜਨ ਨਾ ਮਿਲਣ ਕਰਕੇ ਮੌਤ ਹੋ ਗਈ, ਉਹਨਾਂ ਨੂੰ ਅਸੀਂ 5-5 ਲੱਖ ਰੁਪਇਆ ਮੁਆਵਜ਼ਾ ਦੇ ਦਾਂਗੇ। ਕੀਮਤ ਤੈਅ ਕਰਦੇ ਪਏ। ਯਾਨੀ ਮੌਤਾਂ ਦਾ ਮੁੱਲ ਲੋਕਾਂ ਦਾ ਤੈਅ ਕਰਦੇ ਨੇ। ਇਹ ਸਾਰਿਆਂ ਥਾਵਾਂ ਦੇ ਉੱਤੇ ਰਾਜ ਕੋਈ ਵੀ ਹੋਵੇ, ਹਾਲਾਤ ਸਭ ਥਾਵਾਂ 'ਤੇ ਮਾੜੇ ਆ। ਰਾਜਸਥਾਨ ਦੇ ਵਿੱਚ ਕਾਂਗਰਸੀ ਸਰਕਾਰ ਹੈ। ਭਾਜਪਾ ਦੇ ਵਿਧਾਇਕ ਨੇ ਆਖਿਆ ਕਿ ਇੱਥੇ ਵੈਂਟੀਲੇਟਰ ਨਹੀਂ ਚੱਲਦੇ, ਜੇ ਇਹਨਾਂ ਦਾ ਪ੍ਰਬੰਧ ਠੀਕ ਨਾ ਹੈ ਮੈਂ ਖੁਦਕੁਸ਼ੀ ਕਰ ਲੂੰਗਾ। ਯੂਪੀ 'ਚ ਭਾਜਪਾ ਦੀ ਸਰਕਾਰ ਹੈ। ਭਾਜਪਾ ਦੇ 4 MLA ਮਰ ਗਏ ਆ, 5ਵਾਂ ਆਪ ਬਿਮਾਰ ਪਿਆ, ਅਤੇ ਨਾਲ ਉਹ ਕਹਿੰਦਾ ਮੇਰੀ ਪਤਨੀ ਬਿਮਾਰ ਪਈ, ਮੈਂ ਭਾਜਪਾ ਦਾ MLA, ਮੇਰੀ ਪਾਰਟੀ ਦੀ ਸਰਕਾਰ ਹੈ। ਉਹਨੂੰ 5-6 ਘੰਟੇ ਫਰਸ਼ ਦੇ ਉੱਤੇ ਚਾਦਰ ਵਿਛਾ ਕੇ ਅਸੀਂ ਪਾਇਆ, ਉਹਨੂੰ ਇੱਕ ਬੈਂਚ ਤੱਕ ਨਹੀਂ ਦਿੱਤਾ ਗਿਆ। ਬੈੱਡ ਮਿਲਣਾ ਤੇ ਹੋਰ ਗੱਲ ਹੈ, ਉੱਥੇ ਕੌਣ ਜ਼ਿੰਮੇਵਾਰ ਹੈ। ਸਾਡੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦਾ ਜਿਹੜਾ ਇੱਕ ਗੈਰ ਸਰਕਾਰੀ
ਬੜਾ ਚਰਚਿਤ PM ਕੇਅਰਸ ਫੰਡ ਇਹਨਾਂ ਬਣਾ ਲਿਆ। ਜੀ ਪਹਿਲਾਂ ਪੰਡਿਤ ਨਹਿਰੂ ਦੇ ਵੇਲੇ ਤੋਂ ਲੈ ਕੇ ਇੰਦਰਾ ਗਾਂਧੀ, ਲਾਲ ਬਹਾਦਰ ਸ਼ਾਸਤਰੀ, ਰਾਜੀਵ ਗਾਂਧੀ, ਵਾਜਪਾਈ, ਮੁਰਾਰਜੀ ਦੇਸਾਈ, ਸਾਰਿਆਂ ਦੇ ਵੇਲੇ ਪ੍ਰਧਾਨ ਮੰਤਰੀ ਲਈ ਫੰਡ ਹੁੰਦਾ ਸੀ। ਜੀ ਇਹਨਾਂ ਨੇ ਇੱਕ ਵੱਖਰਾ ਹੀ ਕੱਢ ਲਿਆ PM ਕੇਅਰਸ ਫੰਡ। ਉਹਦੇ ਵਿੱਚੋਂ 80 ਵੈਂਟੀਲੇਟਰ ਭੇਜੇ ਆ ਸਾਡੇ ਮਾਲਵੇ ਦੇ ਵਿੱਚ ਇੱਕ ਡਾਕਟਰੀ ਅਦਾਰੇ ਨੂੰ। ਉਹਨਾਂ 80 ਚੋਂ 71 ਯਾਨੀ 90% ਬਣ ਜਾਂਦੇ। 71 ਜਿਹੜੇ ਵੈਂਟੀਲੇਟਰ ਨੇ ਉਹ ਚੱਲਦੇ ਨਹੀਂ, ਨੁਕਸਦਾਰ ਨਿਕਲ ਆਏ ਆ। PM ਕੇਅਰ ਦੇ ਵਿੱਚ ਫੰਡ ਤਾਂ ਲੋਕਾਂ ਦੇ ਪੈਸੇ ਗਏ ਆ ਨਾ, ਉਹ ਪੈਸਾ ਕਿੱਧਰ ਕਿੱਧਰ ਉਡਾਇਆ ਗਿਆ, ਕਿੱਥੋਂ ਲਿਆਜੀ ਬੰਦਿਆਂ ਤੋਂ ਖਰੀਦ ਕੇ ਨਿਕੰਮਾ ਮਾਲ ਸਪਲਾਈ ਕਰ ਦਿੱਤਾ ਗਿਆ। ਇਹ ਪੰਜਾਬ ਦੀ BJP, ਪੰਜਾਬ ਦੀ ਸਰਕਾਰ ਨੂੰ ਤੇ ਹਰ ਗੱਲ ਤੇ ਨਿੰਦ ਦੀ ਭੰਡਦੀ ਹੈ ਜੀ। ਜਿਹੜੇ ਤੁਹਾਡੇ ਟੌਪ ਦੇ ਉੱਤੇ ਬੈਠੇ PM ਸਾਹਿਬ ਨੇ, PM ਕੇਅਰ ਚੋਂ ਖਰੀਦ ਕੇ ਭੇਜੇ ਨੇ ਵੈਂਟੀਲੇਟਰ, ਉਹਨਾਂ ਦਾ ਕੀ ਕਰੋਗੇ? ਅਗਲੀ ਗੱਲ ਇਹ ਹੈ ਕਿ ਬਿਮਾਰੀ ਲਗਾਤਾਰ ਵੱਧ ਰਹੀ ਹੈ। ਕੱਲ੍ਹ ਭਾਰਤ ਵਿੱਚ ਰਿਕਾਰਡ ਮੌਤਾਂ ਹੋਈਆਂ, ਪਹਿਲੀ ਵਾਰ 4200 ਤੋਂ ਵੀ 5 ਮੌਤਾਂ ਉੱਤੇ ਵੱਧ, 4205 ਹੋਈਆਂ ਕੱਲ੍ਹ 4205 ਹੋਈਆਂ। ਇਹ ਆਪਣੇ ਆਪ 'ਚ ਰਿਕਾਰਡ ਹੈ। ਇਹਨੂੰ ਇਸ ਪੱਖੋਂ ਵੀ ਨੋਟ ਕਰਨਾ ਚਾਹੀਦਾ ਕਿ 1 ਮਾਰਚ ਤੋਂ ਲੈ ਕੇ 31 ਮਾਰਚ ਤੱਕ 5000 ਮੌਤਾਂ ਹੋਈਆਂ ਸੀ ਭਾਰਤ ਵਿੱਚ। ਜੀ ਅੱਗੋਂ ਚੋਣਾਂ ਦਾ ਦੌਰ ਚੱਲ ਪਿਆ। ਉਸ ਦੌਰ ਦੇ ਵਿੱਚ 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ, ਅਪ੍ਰੈਲ ਮੁੱਕਣ ਤੱਕ 5000 ਦੇ ਮੁਕਾਬਲੇ 49,500 ਮੌਤਾਂ ਹੋ ਗਈਆਂ। ਇਹਦਾ ਮਤਲਬ 10 ਗੁਣੀਆਂ ਹੋ ਗਈਆਂ। ਉਹਦੇ ਨਾਲ ਬਣ ਗਈਆਂ ਸੀ 2,10,000। ਆਹ ਕੱਲ੍ਹ 2,54,000 ਹੋ ਗਈਆਂ ਨੇ। ਇਹਦਾ ਮਤਲਬ ਮਈ 'ਚ 44,000 ਹੋ ਗਈਆਂ। ਅਤੇ ਮਈ ਦੇ ਦਿਨ ਕਿੰਨੇ ਲੰਘੇ ਆ? 11 ਦਿਨ। ਜੇ 11 ਦਿਨਾਂ 'ਚ 4,000 ਬਣਦੀਆਂ ਨੇ, 44,000 ਬਣ ਗਈਆਂ, ਅਤੇ ਇਹਦਾ ਮਤਲਬ ਮਈ ਤਾਂ ਐਡੀ ਬੰਦੇ ਖਾਣੀ ਹੋਵੇਗੀ ਕਿ 1 ਲੱਖ ਤੋਂ ਵੱਧ ਮੌਤਾਂ ਇੱਕੋ ਮਹੀਨੇ 'ਚ ਹੋ ਜਾਣਗੀਆਂ। ਸਰਕਾਰ ਕੀ ਕਰਦੀ ਹੈ? ਸਾਡੇ ਪੰਜਾਬ ਦੇ ਵਿੱਚ ਵੀ ਮੌਤਾਂ ਬਹੁਤ ਹੋ ਰਹੀਆਂ ਨੇ। ਆਹ ਮਈ ਸ਼ੁਰੂ ਹੋਣ ਵੇਲੇ 150, 52, 53 ਸੀ। 2 ਦਿਨ ਪਹਿਲਾਂ 181 ਸੀ। 1 ਦਿਨ ਪਹਿਲਾਂ 198 ਸੀ। ਰਾਤੀ ਜਿਹੜੀ ਖਬਰ ਆਈ, ਇੱਕੋ ਦਿਨ 'ਚ 219 ਮੌਤਾਂ ਹੋ ਗਈਆਂ। ਜਿਹੜਾ ਪੱਖ ਅਜੇ ਤੱਕ ਅਣਗੌਲਿਆ ਕੀਤਾ ਜਾ ਰਿਹਾ ਉਹ ਇਹ ਹੈ ਕਿ ਬਿਮਾਰੀ ਪਿੰਡਾਂ ਤੱਕ ਫੈਲ ਗਈ ਹੈ। ਰਾਜਧਾਨੀ ਦਿੱਲੀ ਦੇ ਬਿਲਕੁਲ ਨਾਲ ਯੂਪੀ ਦਾ ਬਹੁਤ ਵੱਡਾ ਸ਼ਹਿਰ ਹੈ ਨੋਇਡਾ। ਨੋਇਡਾ ਕੋਈ ਪੁਰਾਣਾ ਸ਼ਹਿਰ ਨਹੀਂ ਗਾ, ਉੱਥੇ ਪੁਰਾਣਾ ਪਿੰਡ ਹੁੰਦਾ ਸੀ ਓਖਲਾ। ਉਹਦੇ ਨਾਂ 'ਤੇ ਨਿਊ ਓਖਲਾ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਬਣਾਈ ਆ, ਅਤੇ ਉਹਦੇ ਅੱਖਰ ਲੈ ਕੇ NOIDA ਜੋ ਤੋਂ ਨੋਇਡਾ ਕਹਿਤਾ। ਨੋਇਡਾ ਜ਼ਿਲ੍ਹਾ ਬਣਾ ਕੇ ਅਤੇ ਉਹਦੇ ਨਾਲ ਛੋਟਾ ਜਿਹਾ ਪਿੰਡ ਆ ਜਲਾਲਪੁਰ। ਉੱਥੇ ਪਹਿਲਾਂ ਸਾਰੇ ਸਾਲ ਦੇ ਵਿੱਚ 6 ਜਾਂ 7 ਮੌਤਾਂ ਹੋਈਆਂ ਸੀ। ਹੁਣ 10 ਦਿਨਾਂ ਦੇ ਅੰਦਰ 18 ਮੌਤਾਂ ਹੋ ਗਈਆਂ। ਉਹਨਾਂ ਦੇ ਵਿੱਚ ਇੱਕ ਇਹ ਆ ਕਿ ਪਿਓ ਦਾ ਸੰਸਕਾਰ ਕਰਕੇ ਆਏ ਅਤੇ ਆਉਂਦਿਆਂ ਨੂੰ ਪੁੱਤ ਘਰ 'ਚ ਮਰਿਆ ਪਿਆ। ਇੱਕ ਇਹ ਹੈ ਕਿ ਵੱਡੇ ਪੁੱਤ ਦਾ ਸੰਸਕਾਰ ਕਰਕੇ ਪਿਓ ਘਰ ਮੁੜਿਆ ਅਤੇ ਆਉਂਦਿਆਂ ਨੂੰ ਛੋਟਾ ਪੁੱਤ ਮਰਿਆ ਪਿਆ। ਇੱਕੋ ਪਰਿਵਾਰ 'ਚ 2 ਉੱਧਰ 2 ਉੱਧਰ, ਕੁਛ ਹੋਰ ਅਜੇ ਮੌਤਾਂ ਲਗਾਤਾਰ ਹੋਈ ਜਾ ਰਹੀਆਂ ਨੇ। ਇਲਾਹਾਬਾਦ ਹਾਈਕੋਰਟ ਠੀਕ ਕਹਿੰਦੀ ਹੈ ਕਿ ਪੰਚਾਇਤ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਦੀ ਸਰਕਾਰ ਵੀ ਅਣਮਨੁੱਖੀ ਵਿਹਾਰ ਕਰਦੀ ਰਹੀ ਹੈ। ਚੋਣਾਂ ਦਾ ਕਮਿਸ਼ਨ ਵੀ, ਕੇਂਦਰ ਵਿੱਚੋਂ ਵੀ, ਸੂਬੇ ਵਾਲਾ ਵੀ, ਇਹਨਾਂ ਸਾਰਿਆਂ ਨੇ ਵਿਹਾਰ ਠੀਕ ਨਹੀਂ ਕੀਤਾ। ਉਹਦਾ ਕਰਕੇ ਮੌਤਾਂ ਵਧੀਆਂ, ਕੇਸ ਵਧੇ ਨੇ, ਸਾਰਾ ਕੁਛ ਹੋਇਆ। ਹੁਣ ਇਹ ਜੋ ਕੁਛ ਵੀ ਹੁੰਦਾ ਪਿਆ, ਇਹਨੂੰ ਸੰਭਾਲਣ ਦੀ ਲੋੜ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ, ਦੇਸ਼ ਦੇ ਵਿੱਚ ਵੀ ਹਾਲਤ ਵਿਗੜ ਰਹੀ ਆ, ਪੰਜਾਬ ਵਿੱਚ ਵੀ ਵਿਗੜ ਰਹੀ ਆ। ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਜੇ ਕਿਤੇ ਬਚਾਅ ਹੈਗਾ ਤਾਂ ਉਹਨਾਂ ਬਾਕੀ ਮੁੱਖ ਮੰਤਰੀਆਂ ਨੂੰ ਉੜੀਸਾ ਵਾਲੇ ਅਤੇ ਕੇਰਲਾ ਵਾਲੇ ਤੋਂ ਸਿੱਖਣਾ ਚਾਹੀਦਾ, ਤਾਂ ਕਿ ਅਸੀਂ ਇਹਨੂੰ ਬਚਾ ਸਕੀਏ। ਪਰ ਸਰ, ਤੁਸੀਂ ਇਲਾਹਾਬਾਦ ਹਾਈਕੋਰਟ ਦਾ ਜ਼ਿਕਰ ਕੀਤਾ ਹੈ। ਮੈਨੂੰ ਪਤਾ ਹੈ ਕਿ ਗਾਜ਼ੀਪੁਰ ਵਿੱਚ ਵੀ ਮੌਤਾਂ ਦੀ ਗਿਣਤੀ ਬਹੁਤ ਵੱਧਦੀ ਪਈ ਹੈ। ਪਾਣੀ ਵਿੱਚ ਲਾਸ਼ਾਂ ਤੈਰ ਕੇ ਆਉਂਦੀਆਂ, ਅਜੇ ਤੱਕ ਲਾਸ਼ਾਂ 'ਤੇ ਸਿਆਸਤ ਕੀਤੀ ਜਾ ਰਹੀ ਹੈ। ਇਹ ਸਾਡੀਆਂ ਨਹੀਂ ਗੀਆਂ। ਦੂਸਰੇ ਪਾਸੇ ਜਿਹੜੀ ਹੁਣ ਇਲਾਹਾਬਾਦ ਹਾਈਕੋਰਟ ਹੈ, ਇਹਦਾ ਇਹ ਕਹਿਣਾ ਹੈ ਕਿ ਚੋਣ ਕਮਿਸ਼ਨ ਤੇ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਇਹਨੂੰ ਕਿਵੇਂ ਦੇਖਦੇ ਹੋ ਇਲਾਹਾਬਾਦ ਹਾਈਕੋਰਟ ਦੀ ਇਸ ਟਿੱਪਣੀ ਨੂੰ? ਕਿਉਂਕਿ ਅਦਾਲਤਾਂ ਪਹਿਲਾਂ ਵੀ ਬਹੁਤ ਸਖਤ ਟਿੱਪਣੀਆਂ ਕਰ ਚੁੱਕੀਆਂ ਨੇ। ਦੇਖੋ, ਇਲਾਹਾਬਾਦ ਹਾਈਕੋਰਟ ਦੀ ਟਿੱਪਣੀ ਦਾ ਮੈਂ ਹੁਣੇ ਵੀ ਜ਼ਿਕਰ ਕੀਤਾ ਸੀ, ਮੈਂ ਦੁਬਾਰਾ ਵੀ ਕਹਿ ਦਿਆਂ। ਉਹਨਾਂ ਨੇ ਪੰਚਾਇਤ ਚੋਣਾਂ ਦੇ ਸਵਾਲ ਨੂੰ ਬਹੁਤ ਤਿੱਖੀ ਤਰ੍ਹਾਂ ਲਿਆ। ਇਹਦੇ ਵਿੱਚ ਖਿਆਲ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਵੀ ਆਖਿਆ ਕਿ ਦੂਸਰੇ ਸੂਬਿਆਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ, ਉਹਦੇ ਦੌਰਾਨ ਸਾਰੇ ਦੇਸ਼ ਦੇ ਵਿੱਚ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਵਿਹਾਰ ਕੀਤਾ ਜਿਵੇਂ ਉਹਨੂੰ ਕੋਈ ਚਿੰਤਾ ਨਹੀਂ, ਲੋਕ ਮਰਦੇ ਆ ਅਤੇ ਮਰ ਜਾਣ। ਤੁਸੀਂ ਗਾਜ਼ੀਪੁਰ ਦੀ ਗੱਲ ਕੀਤੀ ਹੈ, ਉਹ ਬਿਲਕੁਲ ਲਾਗੇ ਪੈ ਜਾਂਦਾ ਬਿਹਾਰ ਵਾਲੇ ਉਸ ਜ਼ਿਲ੍ਹੇ ਬਕਸਰ ਦੇ, ਜਿੱਥੇ 3 ਦਿਨ ਪਹਿਲਾਂ
ਰੁੜਦੀਆਂ ਲਾਸ਼ਾਂ ਗਈਆਂ ਤੇ ਸਾਰੇ ਦਾ ਸਾਰਾ ਜਿਹੜਾ ਘਾਟ ਹੈ ਦਰਿਆ ਦਾ ਉਹ ਢੱਕਿਆ ਗਿਆ। ਇਹਦਾ ਮਤਲਬ ਲਾਸ਼ਾਂ 150-200 ਵੀ ਹੋ ਸਕਦੀਆਂ। ਉੱਥੋਂ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਜਾ ਕੇ ਵੇਖਿਆ ਕਿ ਨਹੀਂ, ਬਸ 40-45 ਹੈ। ਲਾਸ਼ ਤਾਂ ਇੱਕ ਵੀ ਹੋਵੇ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਜੀ। ਤੇ ਉਹਨੇ 40-45 ਨੂੰ ਵੀ ਮਸਾਂ ਕਹਿ ਦਿੱਤਾ। ਸ਼ਰਮ ਹੋਣੀ ਚਾਹੀਦੀ ਹੈ। ਜਦੋਂ ਬਾਅਦ ਵਿੱਚ ਜਿਹੜੇ ਮਜ਼ਦੂਰਾਂ ਨੂੰ ਲਾਇਆ ਗਿਆ ਕਿ ਤੁਸੀਂ ਇਹ ਸਾਰਾ ਕੁਝ ਕਰਕੇ ਆਓ, ਉਹਨਾਂ ਮਜ਼ਦੂਰਾਂ ਨੇ ਜਾ ਕੇ ਗਿਣੀਆਂ, ਉਦੋਂ ਤੱਕ ਕੁਝ ਰੁੜ ਗਈਆਂ ਹੋ ਸਕਦੀਆਂ, ਕੁਝ ਚੁੱਕ ਕੇ ਆਸੇ-ਪਾਸੇ ਕੀਤੀਆਂ ਹੋ ਸਕਦੀਆਂ। ਉਹਨਾਂ ਨੂੰ ਉੱਥੇ 71 ਮਿਲੀਆਂ, 71। ਤੇ ਫਿਰ ਅਗਲਾ ਕੰਮ ਇਹ ਹੈ ਕਿ ਜੇ ਕੱਲ੍ਹ ਨੂੰ ਉਹ ਪਛਾਣਨੀਆਂ ਹੋਣ ਵੀ ਕਿਹਦੀਆਂ ਲਾਸ਼ਾਂ, ਕੋਈ ਉਹਨਾਂ ਦਾ ਪੰਚਨਾਮਾ, ਕੋਈ ਉਹਨਾਂ ਦੇ ਨਿਸ਼ਾਨਦੇਹੀ ਕਰਨੀ ਚਾਹੀਦੀ ਸੀ। ਜੀ। ਬਿਲਕੁਲ ਕੋਈ ਨਹੀਂ ਕੀਤੀ ਗਈ। ਕਿਸੇ ਦੇ ਫਿੰਗਰਪ੍ਰਿੰਟ ਨਹੀਂ, ਕਿਸੇ ਦੀ ਫੋਟੋ ਨਹੀਂ। JCP ਮਸ਼ੀਨਾਂ ਭੇਜੀਆਂ, ਉਹਨਾਂ ਨੇ ਜਾ ਕੇ ਟੋਏ ਪੁੱਟੇ ਤੇ ਉਹ ਲਾਸ਼ਾਂ ਜਿਹੜੀਆਂ ਚੁੱਕ ਕੇ ਉਹਨਾਂ ਟੋਇਆਂ 'ਚ ਨਹੀਂ ਸੁੱਟੀਆਂ, JCP ਮਸ਼ੀਨ ਨਾਲ ਇਕੱਠੀਆਂ ਘੜੀਸ ਕੇ ਤੇ ਉਹਦੇ ਵਿੱਚ ਸੁੱਟ ਦਿੱਤੀਆਂ ਤੇ ਉੱਤੋਂ ਦੱਬ ਦਿੱਤੀਆਂ ਨੇ। ਬੰਦੇ ਦੀ ਇਦੋਂ ਵੱਧ ਬੇਅਦਬੀ, ਬੇਰੋਬੀ, ਬੇਇੱਜ਼ਤੀ ਬੰਦੇ ਦੇ ਮਰਨ ਤੋਂ ਬਾਅਦ ਕੋਈ ਨਹੀਂ ਹੋ ਸਕਦੀ। ਬੰਦੇ ਦੀ ਜੇ ਸਾਰੀ ਉਮਰ ਕੋਈ ਇੱਜ਼ਤ ਨਹੀਂ ਹੋਈ ਤੇ ਮਰਨ ਤੋਂ ਬਾਅਦ ਉਹਦੀ ਮਿੱਟੀ ਦੀ ਇੱਜ਼ਤ ਕਰ ਲਓ, ਉਹ ਵੀ ਨਹੀਂ। ਔਰ ਇਹ ਵੀ ਨਹੀਂ ਵੇਖਿਆ ਇਹਨਾਂ 'ਚ ਹਿੰਦੂ ਕਿਹੜਾ, ਸਿੱਖ ਕਿਹੜਾ, ਈਸਾਈ ਕਿਹੜਾ ਤੇ ਮੁਸਲਮਾਨ ਕਿਹੜਾ। ਉਹ ਸਾਰੇ ਉੱਦਾਂ ਹੀ ਜ਼ਮੀਨ 'ਚ ਦੱਬ ਦਿੱਤੇ ਨੇ। ਕੋਈ ਪੁੱਛਣਾ ਨਹੀਂ ਸੀ ਚਾਹੀਦਾ, ਵੇਖਣਾ ਨਹੀਂ ਸੀ ਚਾਹੀਦਾ। ਜੇ ਲਾਸ਼ਾਂ ਦਾ ਕੋਈ ਪੰਚਨਾਮਾ ਤਿਆਰ ਕੀਤਾ ਜਾਂਦਾ, ਕੋਈ ਮਾੜਾ ਮੋਟਾ ਵੇਖਿਆ ਜਾਂਦਾ ਤੇ ਫਿਰ ਪਤਾ ਲੱਗ ਜਾਣਾ ਸੀ, ਸਰੀਰਾਂ ਤੋਂ ਪਤਾ ਲੱਗ ਜਾਂਦਾ। ਕੁਝ ਸਰੀਰ ਦੇ ਵਿੱਚ ਹੁਣ ਮੁਸਲਮਾਨ ਜਿਹੜੇ ਉਹਨਾਂ ਖਤਨਾ ਕੀਤਾ ਹੁੰਦਾ ਉਹਦੇ ਤੋਂ ਵੀ ਪਤਾ ਲੱਗ ਜਾਂਦਾ। ਕਈਆਂ ਲੋਕਾਂ ਨੇ ਆਪਣੇ ਹੱਥ ਦੇ ਓਮ ਜਾਂ ਏਕ ਓਂਕਾਰ, ਜਾਂ ਕ੍ਰਿਸਚਨਾਂ ਨੇ ਕਿਤੇ ਕਰਾਸ ਵਾਇਆ ਹੁੰਦਾ, ਮੁਸਲਮਾਨ ਚੰਦ ਤਾਰਾ ਬਣਾ ਲੈਂਦੇ ਆ। ਇਹਨਾਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ। ਕੁਛ ਵੀ ਨਹੀਂ, ਟੋਏ ਪੁੱਟੋ JCP ਮਸ਼ੀਨਾਂ ਨਾਲ ਤੇ ਉਹ ਪਰਿਓਂ ਧੂ ਕੇ ਲਾਸ਼ਾਂ ਤੇ ਸਾਰੀਆਂ ਇੱਕ ਏਰੀਆ ਮਸ਼ੀਨ ਦੇ ਨਾਲ ਚੱਕ ਕੇ ਥੱਲੇ ਸੁੱਟ ਦਿਓ। ਇਹ ਤਾਂ ਇੱਦਾਂ ਜਿਵੇਂ ਮਤਲਬ ਬਰਡ ਫਲੂ ਆਇਆ ਤੇ ਮੁਰਗੇ ਮਾਰ ਕੇ ਸੁੱਟੇ ਹੁੰਦੇ ਆ। ਪਤਾ ਨਹੀਂ ਉਹ ਵੀ ਇੱਦਾਂ ਸੁੱਟਦੇ ਕਿ ਨਹੀਂ ਸੁੱਟਦੇ। ਬੰਦਿਆਂ ਦੀ ਇੰਨੀ ਬੇਇੱਜ਼ਤੀ ਕੀਤੀ ਗਈ ਹੈ। ਇਹ ਸਾਰਾ ਕੁਝ ਬਹੁਤ ਸ਼ਰਮਨਾਕ ਹੈ, ਜਿਹਦੇ ਉੱਤੇ ਬਿਹਾਰ ਦੀ ਸਰਕਾਰ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਤੇ ਆਹ ਜਿਹੜਾ ਆਪਣੇ ਆਪ ਨੂੰ ਧਾਰਮਿਕ ਪੁਰਸ਼ ਕਹਿੰਦਾ ਯੂਪੀ ਦੇ ਵਿੱਚ ਰਾਜ ਕਰਨ ਵਾਲਾ ਯੋਗੀ ਆਦਿੱਤਿਆਨਾਥ, ਇਹਨੂੰ ਵੀ ਆਉਣੀ ਚਾਹੀਦੀ ਹੈ। ਇਹ ਜਿਸ ਤਰ੍ਹਾਂ ਦੇ ਧਾਰਮਿਕ ਕੰਮਾਂ ਦੇ ਵਿਖਾਵੇ ਕਰਦਾ, ਧਾਰਮਿਕ ਤੁਰਮੁਕ ਤਾਂ ਹੈ ਨਹੀਂ, ਧਾਰਮਿਕ ਤੇ ਕਹਿਣ ਵਾਸਤੇ ਆ। ਜੇ ਧਾਰਮਿਕ ਹੋਵੇ ਤੇ ਘਰੋਂ ਤਾਂ ਤਿਆਗੀ ਬਣ ਕੇ ਤੁਰਿਆ ਸੀ। ਦੀਨ ਦੁਨੀਆ ਮੋਹ ਮਾਇਆ ਤਿਆਗ ਦਿੱਤੀ, ਮੈਂ ਸਾਧੂ ਬਣਿਆ, ਮੈਂ ਯੋਗੀ ਬਣਿਆ। ਤੇ ਫਿਰ ਰਾਜ ਮਹਿਲਾਂ 'ਚ ਜਾ ਕੇ ਤੇ ਹੈਲੀਕਾਪਟਰਾਂ 'ਤੇ ਉੱਡਣ ਦੀ ਕੀ ਲੋੜ ਸੀ? ਫਿਰ ਉੱਥੇ ਬੈਠਾ ਰਹਿੰਦਾ ਤਿਆਗੀ ਬਣ ਕੇ, ਇੱਧਰ ਆਉਣ ਦੀ ਕੀ ਲੋੜ ਸੀ? ਇਹਨੂੰ ਵੀ ਇਹਨਾਂ ਸਾਰਿਆਂ ਨੂੰ, ਜਿਨ੍ਹਾਂ ਨੇ ਪ੍ਰਬੰਧ ਨਹੀਂ ਕੀਤਾ, ਜਿਹੜੇ ਅਣਮਨੁੱਖੀ ਵਿਹਾਰ ਕਰ ਰਹੇ, ਇਹਨਾਂ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਹੜੀ ਆ ਨਹੀਂ ਰਹੀ। ਪੰਜ ਸਾਹਿਬ, ਪੱਛਮੀ ਬੰਗਾਲ ਵਿੱਚ ਚੋਣਾਂ ਹਾਰਨ ਪਿੱਛੇ ਭਾਜਪਾ ਦੀਆਂ ਗਲਤ ਨੀਤੀਆਂ ਹੁਣ ਤਾਂ RSS ਵਾਲਿਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ, ਕਿੰਨਾ ਕੁ ਸਹੀ ਆ? RSS ਦਾ ਉਹਨਾਂ ਦੇ 2 ਰਸਾਲੇ ਨੇ, ਸਿਧਾਂਤਕ ਰਸਾਲੇ RSS ਦੇ, ਵੀਕਲੀ ਨੇ। ਇੱਕ ਅੰਗਰੇਜ਼ੀ ਦਾ ਆਰਗੇਨਾਈਜ਼ਰ ਹੈ, ਇੱਕ ਪਾਂਚਜਨ ਹੈ। ਜਦੋਂ ਕਹਿੰਦੇ ਆ ਨਾ ਦੇਵਤਿਆਂ ਤੇ ਦੈਂਤਾਂ ਨੇ ਆਪੋ ਵਿੱਚ ਸਾਰਾ ਕੁਝ ਵੰਡਣ ਵਾਸਤੇ ਖੀਰ ਸਮੁੰਦਰ ਰਿੜਕਿਆ, ਉਹ 'ਚ ਸਮੇਰ ਪਰਬਤ ਦਾ ਮਧਾਣਾ ਪਾਇਆ ਤੇ ਸ਼ੇਸ਼ਨਾਗ ਦਾ ਨੇਤਰਾ ਪਾ ਕੇ ਇੱਕ ਪਾਸਿਓਂ ਦੇਵਤੇ ਖਿੱਚਦੇ ਤੇ ਇੱਕ ਪਾਸਿਓਂ ਦੈਂਤ ਖਿੱਚਦੇ ਸੀ। ਉਦੋਂ ਜਿਹੜਾ ਸੰਖ ਪੂਰਿਆ ਗਿਆ ਪਾਂਚਜਨ ਹੈ, ਉਹਨੂੰ ਕਹਿੰਦੇ ਆ। ਤੇ ਉਸ ਧਾਰਮਿਕਤਾ ਦੇ ਵਿੱਚੋਂ RSS ਨੇ ਆਪਣੇ ਮੈਗਜ਼ੀਨ ਦਾ ਨਾਂ ਹਿੰਦੀ ਵਾਲੇ ਦਾ ਪਾਂਚਜਨ ਰੱਖਿਆ। ਉਹ ਪਾਂਚਜਨ ਹੈ, ਇਹ ਜਿੰਨੇ BJP ਲੀਡਰ ਆ ਬੜੇ ਧਿਆਨ ਨਾਲ ਪੜ੍ਹਦੇ ਆ, ਕਿਉਂਕਿ ਇਹਨਾਂ ਵਾਸਤੇ ਸੇਧਾਂ ਉਹਦੇ 'ਚ ਆਉਂਦੀਆਂ ਕਿ ਤੁਸੀਂ ਅੱਗੋਂ ਕੀ ਕਰਨਾ, ਪਿੱਛੇ ਕੀ ਠੀਕ ਤੇ ਕੀ ਗਲਤ ਕੀਤਾ। ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਪਾਂਚਜਨ ਨੇ ਜਿਹੜਾ ਮੇਨ ਸਟੋਰੀ ਛਾਪੀ ਹੈ, ਉਹਦੇ ਵਿੱਚ ਉਹਨੇ ਆਖਿਆ ਕਿ ਭਾਜਪਾ ਦੀ ਲੀਡਰਸ਼ਿਪ ਨੇ ਜਿਹੜੇ ਐਕਸਪੈਰੀਮੈਂਟ ਉੱਥੇ ਕੀਤੇ, ਜਿਹੜੇ ਤਜਰਬੇ ਕੀਤੇ ਪੱਛਮੀ ਬੰਗਾਲ 'ਚ, ਉਹਨਾਂ ਨੇ ਬੇੜਾ ਗਰਕ ਕਰਤਾ। ਉਹ 'ਚ ਲਿਖਿਆ ਕਿ ਇਹਨਾਂ ਸਿਰਫ ਇਹ ਵੇਖ ਕੇ ਕਿ ਇਹ ਨਹੀਂ ਮਤਲਬ ਕਿ ਬੰਦੇ ਕਿੱਦਾਂ ਦੇ ਆ ਰਹੇ, ਆਪਣੀ ਧਾੜ ਵੱਡੀ ਕਰਨੀ ਆ, ਬੰਗਾਲ 'ਤੇ ਕਬਜ਼ਾ ਕਰਨਾ। ਜਿਹੜਾ ਵੀ ਮਿਲਿਆ ਕਿੰਨਾ ਬਦਨਾਮ ਆ, ਕਿੰਨੇ ਉੱਤੇ ਕੇਸ ਨੇ, ਕਿੰਨਾ ਛਟਿਆ ਫੂਕਿਆ, ਸਾਰਿਆਂ ਨੂੰ ਆਪਣੇ 'ਚ ਸ਼ਾਮਿਲ ਕਰੀ ਗਏ। ਇਹਦਾ ਨਤੀਜਾ ਇਹ ਨਿਕਲਿਆ ਕਿ ਕਾਂਗਰਸ ਵਿੱਚੋਂ ਤੇ ਖੱਬੇ ਪੱਖੀਆਂ ਵਿੱਚੋਂ ਜਿੰਨੇ ਕੁ ਬਦਨਾਮ ਬੰਦੇ ਸੀ, ਉਹ ਸਾਰੇ ਇਹਨਾਂ ਨੇ ਖਿੱਚ ਲਏ। ਤੇ ਜਿਹੜਾ ਕੈਡਰ ਸੀ, ਕੈਡਰ ਤੇ ਬਦਨਾਮ ਨਹੀਂ, ਹੇਠਲੇ ਵਰਕਰ ਤੇ ਬਦਨਾਮ ਨਹੀਂ। ਬਦਨਾਮ ਹੋਣਗੇ ਤੇ ਲੀਡਰ ਹੋਣਗੇ, ਗੰਦੇ ਹੋਣਗੇ ਤੇ ਲੀਡਰ ਹੋਣਗੇ। ਲੋਕ ਤਾਂ ਗੰਦੇ ਨਹੀਂ। ਲੋਕਾਂ ਨੇ ਇਹ ਵੇਖਿਆ ਕਿ ਭਾਜਪਾ ਦੀ ਲੀਡਰਸ਼ਿਪ ਬਹੁਤ ਲੀਹੋਂ ਲੱਥ ਗਈ ਹੈ, ਗਲਤ ਪਾਸੇ ਤੁਰ ਗਈ ਹੈ। ਜਿਹੜੇ ਕਾਂਗਰਸ ਦੇ ਤੇ ਖੱਬੇ ਪੱਖੀਆਂ ਦੇ ਵਰਕਰ ਸਨ, ਉਹ ਸਾਰੇ ਭਾਜਪਾ ਨੂੰ ਰੋਕਣ ਵਾਸਤੇ ਤ੍ਰਿਣਮੂਲ ਕਾਂਗਰਸ ਵੱਲ ਭੁਗਤ ਗਏ। ਯਾਨੀ ਲੀਡਰਸ਼ਿਪ ਉੱਧਰ ਚਲੀ ਗਈ,
ਵਰਕਰਾਂ ਨੇ ਵੇਖ ਕੇ ਕਿ ਭਾਜਪਾ ਗਲਤ ਹੈ ਉਹਦਾ ਸਾਥ ਦਿੱਤਾ। ਪੰਜ ਜਨਿਆ ਅਖਬਾਰ ਇਹ ਕਹਿੰਦਾ ਕਿ ਬੀਜੇਪੀ ਇਸ ਗੱਲ ਦੀਆਂ ਟਾਰਾਂ ਮਾਰਦੀ ਹੈ ਕਿ ਪਿਛਲੀ ਵਾਰੀ ਅਸੀਂ 3 ਜਿੱਤੇ ਸਾਂ, ਬਾਅਦ ਵਿੱਚ ਭਾਵੇਂ ਦੂਸਰੀਆਂ ਪਾਰਟੀਆਂ ਦੇ ਦਲ ਬਦਲੀ ਕਰਵਾ ਕੇ 34 ਕਰ ਲਏ ਸਨ, ਇਸ ਵਾਰੀ ਸਾਡੇ 77 ਹੋ ਗਏ ਜੀ। ਜੇ ਅਸੀਂ ਸਰਕਾਰ ਨਹੀਂ ਵੀ ਬਣਾ ਸਕੇ ਤੇ 77 ਕਰ ਲਏ। ਉਹ ਕਹਿੰਦਾ 77 ਨਾ ਸਾਨੂੰ ਦੱਸੋ, ਸਾਨੂੰ ਇਹ ਦੱਸੋ ਕਿ 2019 ਦੀਆਂ ਚੋਣਾਂ 2 ਸਾਲ ਪਹਿਲਾਂ ਪਾਰਲੀਮੈਂਟ ਦੀਆਂ ਹੋਈਆਂ ਸੀ। ਪਾਰਲੀਮੈਂਟ ਦੀਆਂ ਚੋਣਾਂ ਵੇਲੇ ਭਾਜਪਾ ਪੱਛਮੀ ਬੰਗਾਲ ਦੇ ਵਿੱਚ 119 ਅਸੈਂਬਲੀ ਹਲਕਿਆਂ 'ਚ ਅੱਗੇ ਸੀ ਜੀ। ਤੁਸੀਂ ਉਹਨਾਂ 119 ਤੋਂ ਵੱਧ ਕੇ 140 ਤੱਕ ਜਾਣਾ ਸੀ ਕਿ 77 ਤੱਕ ਡਿੱਗਣਾ ਸੀ। ਜੇ ਤੁਸੀਂ 77 ਤੇ ਡਿੱਗ ਪਏ ਹੋ ਤੇ ਇਹਦਾ ਮਤਲਬ ਇਹ ਨਿਕਲਦਾ ਕਿ ਤੁਸੀਂ 42 ਸੀਟਾਂ ਗਵਾਈਆਂ ਨੇ, ਤੁਸੀਂ ਅੱਗੇ ਨਹੀਂ ਜਾ ਸਕੇ ਜੀ। ਬਲਕਿ ਤੁਸੀਂ ਪਿੱਛੇ ਡਿੱਗੇ ਆ। ਤੇ ਤੁਸੀਂ ਕਹਿੰਦੇ ਅਸੀਂ 3 ਤੋਂ 77 ਤੇ ਵੱਧ ਗਏ। ਜਦੋਂ 3 ਤੋਂ ਬਾਅਦ ਪਾਰਲੀਮੈਂਟ ਚੋਣਾਂ 'ਚ ਤੁਸੀਂ 119 ਹਲਕਿਆਂ 'ਚ ਵਧੇ ਸੀ, ਉਦੋਂ ਲੱਗਦਾ ਸੀ ਕਿ ਭਾਜਪਾ ਅੱਗੇ ਵਧ ਰਹੀ ਹੈ ਜੀ। ਹੁਣ ਉਹਨਾਂ ਨੇ ਆਖਿਆ ਤੁਸੀਂ ਅੱਗੇ ਨਹੀਂ ਵਧ ਰਹੇ, 119 ਤੋਂ ਅੱਗੇ ਜਾਣ ਦੀ ਥਾਂ ਤੁਸੀਂ ਇੱਥੇ ਡਿੱਗ ਪਏ ਹੋ। ਨਾਲ ਉਹਨਾਂ ਨੇ ਫਿਰ ਗਿਣ ਕੇ ਦੱਸਿਆ ਕਿ ਇੱਕ ਮਤੂਆ ਭਾਈਚਾਰਾ, ਉਹਦੇ ਬਾਰੇ ਚਲਦੀਆਂ ਚੋਣਾਂ ਦੌਰਾਨ ਨਰਿੰਦਰ ਮੋਦੀ ਨੇ ਬੰਗਲਾਦੇਸ਼ ਵਿੱਚ ਜਾ ਕੇ ਇਹ ਆਖਿਆ ਮੇਰੀ ਸਰਕਾਰ ਮਤੂਆ ਭਾਈਚਾਰੇ ਨੂੰ ਆਹ ਸਹੂਲਤਾਂ ਦੇਵੇਗੀ, ਆਹ ਦੇਵੇਗੀ ਜੀ। ਉਹ ਸਹੂਲਤਾਂ ਉਹਨੇ ਬੰਗਲਾਦੇਸ਼ ਦੇ ਮਤੂਆ ਭਾਈਚਾਰੇ ਨੂੰ ਤੇ ਦੇਣੀਆਂ ਨਹੀਂ, ਉੱਥੋਂ ਦੀ ਸਰਕਾਰ ਤਾਂ ਦੇਣ ਨਹੀਂ ਦੇਊਗੀ। ਪੱਛਮੀ ਬੰਗਾਲ ਦੇ ਮਤੂਆ ਭਾਈਚਾਰੇ ਨੂੰ ਦੇਣੀਆਂ ਸੀ। ਇੱਥੇ ਐਲਾਨ ਇਸ ਕਰਕੇ ਨਾ ਦਿੱਤਾ ਕਿ ਕੋਡ ਆਫ ਕੰਡਕਟ ਵਿੱਚ ਆ ਜਾਏਗਾ, ਢਾਕੇ ਵਿੱਚੋਂ ਜਾ ਕੇ ਬੰਗਲਾਦੇਸ਼ 'ਚੋਂ ਦੇ ਦਿੱਤਾ ਕਿ ਮੈਂ ਕੋਡ ਆਫ ਕੰਡਕਟ ਦੀ ਲੰਘਣਾ ਕਰਕੇ ਵੋਟਾਂ ਲੈ ਲਾਂ। ਪਰ ਉਹ ਕਹਿੰਦੇ ਕਿ ਨਤੀਜਾ ਉਹਦਾ ਕੀ ਨਿਕਲਿਆ, ਉਹਨਾਂ ਨੇ ਵੀ ਉਸ ਭਾਈਚਾਰੇ ਨੇ ਮੰਨਿਆ ਨਹੀਂ। ਤੇ ਜਿਹੜੇ ਪੱਛਮੀ ਬੰਗਾਲ ਦੇ 4 ਵੱਡੇ ਜ਼ਿਲ੍ਹੇ ਆ ਜਿਨ੍ਹਾਂ ਵਿੱਚ ਕਲਕੱਤਾ ਆਉਂਦਾ ਜੀ, ਸਾਊਥ 24 ਪਰਗਨਾ ਆਉਂਦਾ, ਉਹ 4 ਜ਼ਿਲ੍ਹੇ ਜਿਹੜੇ ਵੱਡੇ ਗਿਣੇ ਜਾਂਦੇ ਆ, ਜਿਹੜੇ ਰਾਜਨੀਤਿਕ ਪੱਖ ਤੋਂ ਵੀ ਬਹੁਤ ਪ੍ਰਭਾਵਸ਼ਾਲੀ ਨੇ, ਉਹਨਾਂ 4 ਜ਼ਿਲ੍ਹਿਆਂ ਦੇ ਵਿੱਚ ਭਾਜਪਾ ਦੀ ਇੱਕ ਵੀ ਸੀਟ ਨਹੀਂ ਆਈ। 5 ਜਣੇ ਨੇ ਇੱਦਾਂ ਗਿਣ ਕੇ ਟਕਾ ਕੇ ਮਾਰੀਆਂ ਕਿ ਭਾਜਪਾ ਵਾਲਿਆਂ ਨੂੰ ਗਿੱਟਿਆਂ ਤੇ ਸੇਕ ਤਾਂ ਦੇਣਾ ਹੀ ਪਊਗਾ। ਸੇਕ ਤਾਂ ਜ਼ਰੂਰ ਦੇਣਾ ਪੈਣਾ ਜੀ, ਕਿਉਂਕਿ ਹਾਲਾਤ ਹੀ ਉੱਦਾਂ ਦੇ ਪੈਦਾ ਹੋ ਗਏ। ਪੰਨੂ ਸਾਹਿਬ, ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ। ਸੋ ਪ੍ਰਾਈਮ ਏਸ਼ੀਆ ਦੇ ਇਸ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।